ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਸਹਿਤ ਆਖਣਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਭਗਤ ਜੀ ਅੱਜ ਦੇ ਸ਼ਲੋਕ ਦੇ ਅੰਦਰ ਫਰਮਾਉਂਦੇ ਹਨ, ਕਬੀਰ ਜਾ ਘਰ ਸਾਧ ਨ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ, ਭੂਤ ਬਸੇ ਤਿਨ ਮਾਹੇ। ਜਿਨ੍ਹਾਂ ਘਰਾਂ ਦੇ ਵਿੱਚ ਵੀ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ ਤੇ ਜਾਂ ਫਿਰ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ, ਉਹਨਾਂ ਘਰਾਂ ਬਾਰੇ ਭਗਤ ਜੀ ਨੇ ਦੱਸਿਆ ਕਿ ਕੁਝ ਘਰ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਆਏ ਹੋਏ ਨੇਕ ਬੰਦਿਆਂ ਨੂੰ ਖਾਲੀ ਮੋੜ ਦਿੱਤਾ ਜਾਂਦਾ ਹੈ ਤੇ ਨਾ ਹੀ ਕੋਈ ਉਹ ਨਾਮ ਜਪਦੇ ਆ, ਨਾ ਹੀ ਉਹਨਾਂ ਦਾ ਹਿਰਦਾ ਪ੍ਰੇਮ ਦੇ ਨਾਲ ਭਰਿਆ ਹੁੰਦਾ। ਬਿਲਕੁਲ ਸੱਖਣੇ ਹੁੰਦੇ ਆ ਨਾਮ ਤੋਂ, ਸੇਵਾ ਤੋਂ। ਨਾ ਹੀ ਸੇਵਾ ਹੁੰਦੀ ਆ ਘਰਾਂ ਵਿੱਚ ਜਿੱਥੇ, ਤੇ ਨਾ ਹੀ ਨਾਮ ਦਾ ਪ੍ਰਤਾਪ ਹੁੰਦਾ। ਉਹਨਾਂ ਘਰਾਂ ਦਾ ਕੀ ਹਾਲ ਹੈ? ਭਗਤ ਜੀ ਕਹਿੰਦੇ ਤੇ ਘਰ ਮਰਹਟ, ਉਹ ਘਰ ਮਰਗਟ ਹੁੰਦੇ ਆ। ਇੱਥੇ ਜਾ ਕੇ ਉਹ ਜਗ੍ਹਾ ਮੁਰਦਿਆਂ ਨੂੰ ਦਫਨਾਇਆ ਜਾਂਦਾ, ਜਲਾਇਆ ਜਾਂਦਾ। ਭੂਤ ਬਸੇ ਤਿਨ ਮਾਹੇ। ਇਹ ਨਾ ਕਹੋ ਉਹਨਾਂ ਘਰਾਂ ਵਿੱਚ ਬੰਦੇ ਰਹਿੰਦੇ ਆ, ਇਨਸਾਨ ਰਹਿੰਦੇ ਆ। ਉਹਨਾਂ ਨੂੰ ਇਨਸਾਨ ਕਹਿਣ ਦੀ ਲੋੜ ਨਹੀਂ। ਉਹ ਭੂਤ ਬਸੇ ਤਿਨ ਮਾਹੇ। ਉਹ ਲੋਕ ਇਨਸਾਨਾਂ ਦੀ ਜੂਨੀ ਵਿੱਚ ਹੋ ਕੇ ਵੀ ਪ੍ਰੇਤ ਤੇ ਭੂਤ ਹੀ ਪ੍ਰਤੀਤ ਹੁੰਦੇ ਆ। ਉਹਨਾਂ ਵਿੱਚ ਮਨੁੱਖ ਨਹੀਂ, ਭੂਤ ਨੇ ਵੱਸਦੇ ਆ। ਜਿਹੜੇ ਘਰਾਂ ਦੇ ਵਿੱਚ ਨਾਮ ਨਹੀਂ ਜਪਿਆ ਜਾਂਦਾ, ਜਿਹੜੇ ਘਰਾਂ ਵਿੱਚ ਅਦਬ ਸਤਿਕਾਰ ਨਹੀਂ ਕੀਤਾ ਜਾਂਦਾ ਵੱਡਿਆਂ ਦਾ, ਤੇ ਜਾਂ ਫਿਰ ਗੁਰੂ ਪਿਆਰਿਓ ਨੇਕ ਬੰਦਿਆਂ ਨੂੰ ਖਾਲੀ ਮੋੜਿਆ ਜਾਂਦਾ ਹੈ, ਨੇਕ ਬੰਦਿਆਂ ਦੀ ਸੇਵਾ ਨਹੀਂ ਕੀਤੀ ਜਾਂਦੀ, ਪ੍ਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ, ਉਹ ਘਰਾਂ ਦੇ ਵਿੱਚ ਬੰਦੇ ਨਹੀਂ। ਇਹ ਕਹਿ ਦਿਓ ਕਿ ਭੂਤ ਵੱਸਦੇ ਆ, ਤੇ ਉਹ ਘਰ ਘਰ ਨਹੀਂ, ਉਹ ਮਰਘਟ ਆ, ਸ਼ਮਸ਼ਾਨ ਭੂਮੀ ਆ, ਮਸਾਨ ਹੀ ਆ। ਇਹ ਭਗਤ ਜੀ ਦੇ ਬੋਲ ਹਨ। ਕਿਉਂਕਿ ਦੋ ਚੀਜ਼ਾਂ ਜਿੱਥੇ ਬੜੀਆਂ ਸਮਝਣੀਆਂ ਸਿੱਖੀਜ਼ਮ ਦੇ ਵਿੱਚ ਬੜੀਆਂ ਜ਼ਰੂਰੀ ਆ, ਉਹ ਇਹ ਆ ਕਿ ਪਹਿਲੀ ਚੀਜ਼ ਤੁਸੀਂ ਜਿਹੜੀ ਰੱਖਣੀ ਆ ਧਿਆਨ ਦੇ ਵਿੱਚ, ਉਹ ਹੈ ਘਰ ਦੇ ਵਿੱਚ ਬਾਣੀ ਪੜ੍ਹਨੀ ਬਹੁਤ ਲਾਜ਼ਮੀ ਆ, ਬੜੀ ਜ਼ਰੂਰੀ ਆ। ਜਿਸ ਘਰ ਦੇ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ, ਉੱਥੇ ਦਲਿੱਦਰ ਪੈਦਾ ਹੋ ਜਾਂਦਾ ਹੈ, ਉੱਥੇ ਆਲਸ ਪੈਦਾ ਹੋ ਜਾਂਦੀ ਹੈ। ਜਿਹੜੇ ਘਰ ਦੇ ਵਿੱਚ ਨੇਕ ਬੰਦਿਆਂ ਨੂੰ ਖਾਲੀ ਮੋੜ ਦਿੱਤਾ ਜਾਂਦਾ, ਉਹਨਾਂ ਦੀ ਸੇਵਾ ਨਹੀਂ ਕੀਤੀ ਜਾਂਦੀ, ਉਹ ਘਰ ਵਿੱਚ ਬਰਕਤਾਂ ਨਹੀਂ ਪੈਂਦੀਆਂ। ਮਾਇਆ ਭਾਵੇਂ ਆਉਂਦੀ ਆ ਪਰ ਬਰਕਤ ਨਹੀਂ ਪੈਂਦੀ। ਇਸ ਕਰਕੇ ਜਿਹੜੇ ਘਰ ਵਿੱਚ ਬਾਣੀ ਦਾ ਪ੍ਰਤਾਪ ਨਹੀਂ ਹੋਵੇਗਾ, ਨੇਕ ਬੰਦਿਆਂ ਦੀ ਸੇਵਾ ਨਹੀਂ ਹੋਵੇਗੀ, ਉਹ ਘਰ ਹਮੇਸ਼ਾ ਬਰਕਤ ਤੋਂ ਸੱਖਣੇ ਰਹਿਣਗੇ, ਵਾਂਝੇ ਰਹਿ ਜਾਣਗੇ। ਤਾਂ ਸੇਵਾ ਤੇ ਨਾਮ ਦੋ ਚੀਜ਼ਾਂ ਬੜੀਆਂ ਜ਼ਰੂਰੀ ਆ। ਨਾਮ ਕਿਹਦਾ ਜਪਣਾ ਚਾਹੀਦਾ ਤੇ ਸੇਵਾ ਕਿਹਦੀ ਕਰਨੀ ਚਾਹੀਦੀ ਆ। ਹੁਣ ਇਹ ਵੀ ਸਵਾਲ ਇੱਕ ਬੰਦੇ ਦੇ ਮਨ ਵਿੱਚ ਹੋਵੇਗਾ ਪੈਦਾ ਕਿ ਸੇਵਾ ਕਿਹਦੀ ਕਰੀਏ, ਨਾਮ ਕਿਹਦਾ ਜਪੀਏ। ਨਾਮ ਹਮੇਸ਼ਾ ਉਹਦਾ ਹੀ ਜਪਣਾ ਜਿਹੜਾ ਸਾਡੇ ਤੋਂ ਬਹੁਤ ਅੱਗੇ ਤੇ ਬਹੁਤ ਵੱਡਾ ਹੈ, ਜਿਹੜਾ ਵੱਡਿਆਂ ਤੋਂ ਵੀ ਵੱਡਾ, ਉੱਚਿਆਂ ਤੋਂ ਵੀ ਉੱਚਾ ਹੈ, ਜਿਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ, ਜਿਹੜਾ ਜਨਮ ਤੇ ਮਰਨ ਦੇ ਵਿੱਚ ਨਹੀਂ ਆਉਂਦਾ। ਨਾ ਤਾਂ ਜਿਹਦਾ ਜਨਮ ਹੈ ਤੇ ਨਾ ਹੀ ਜਿਹਦਾ ਮਰਨ ਹੈ। ਇਸ ਕਰਕੇ ਤੇ ਨਾਮ ਹਮੇਸ਼ਾ ਉਹਦਾ ਜਪਣਾ ਚਾਹੀਦਾ ਜਿਹਨੇ ਸਾਡੇ ਸਰੀਰ ਨੂੰ ਸਾਜਿਆ ਹੈ, ਜਿਹਨੇ ਧਰਤੀ, ਗ੍ਰਹਿ, ਨਛੱਤਰ, ਤਾਰੇ ਆਦਿ ਬਣਾਏ ਆ।
ਜਿਹਨੇ ਸਾਡੇ ਦਿਲ ਨੂੰ ਧੜਕਾਇਆ, ਜਿਹਨੇ ਆ ਰਿਸ਼ਤੇ ਬਣਾ ਦਿੱਤੇ ਆ, ਜਿਹਨੇ ਬਿਨਾਂ ਥੰਮਲਿਆਂ ਤੋਂ ਆਕਾਸ਼ ਬਣਾ ਦਿੱਤਾ ਹੈ, ਉਹ ਜਿਹਦੀ ਮੇਰੀ ਸਮਝ ਨਹੀਂ, ਸਮਝ ਤੋਂ ਪਰੇ ਹੈ ਜਿਹੜਾ ਵਾਹਿਗੁਰੂ, ਉਹਦਾ ਨਾਮ ਜਪਣਾ ਚਾਹੀਦਾ ਹੈ। ਸੇਵਾ ਕਿਹਦੀ ਕਰਨੀ ਚਾਹੀਦੀ ਆ? ਜਿਹੜਾ ਸਾਡੇ ਤੋਂ ਪਿੱਛੇ ਰਹਿ ਗਿਆ, ਚਾਹੇ ਆਰਥਿਕ ਹਾਲਤ ਕਰਕੇ ਪਿੱਛੇ ਰਹਿ ਗਿਆ ਕੋਈ, ਚਾਹੇ ਗੁਨਾਹ ਕਰਕੇ ਪਿੱਛੇ ਰਹਿ ਗਿਆ ਕੋਈ, ਚਾਹੇ ਮਾਇਆ ਕਰਕੇ ਪਿੱਛੇ ਰਹਿ ਗਿਆ ਕੋਈ। ਸੇਵਾ ਉਹਦੀ ਹੀ ਹੋ ਸਕਦੀ ਆ ਜਿਹੜਾ ਸਾਡੇ ਤੋਂ ਪਿੱਛੇ ਆ, ਜਿਹੜਾ ਸਾਡੇ ਤੋਂ ਪਿੱਛੇ ਰਹਿ ਗਿਆ ਹੈ ਤੇ ਅਸੀਂ ਉਹਦੇ ਤੋਂ ਅੱਗੇ ਲੰਘ ਚੁੱਕੇ ਹਾਂ। ਉਹਨੂੰ ਆਪਣੇ ਬਰੋਬਰ ਕਰ ਦੇਣਾ ਲਿਆ ਕੇ, ਇਹੀ ਅਸਲ ਸੇਵਾ ਹੁੰਦੀ ਆ। ਭਗਤ ਜੀ ਕਹਿੰਦੇ ਕੁਝ ਘਰਾਂ ਦੇ ਵਿੱਚ ਨੇਕ ਬੰਦਿਆਂ ਦੀ ਸੇਵਾ ਨਹੀਂ ਕੀਤੀ ਜਾਂਦੀ। ਨੇਕ ਬੰਦੇ ਜਦੋਂ ਜਾਂਦੇ ਆ, ਉਹਨਾਂ ਦੀ ਸੇਵਾ ਨਹੀਂ ਕੀਤੀ ਜਾਂਦੀ ਤੇ ਨਾ ਹੀ ਉਹ ਘਰਾਂ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਹੈ। ਜਿਹੜੇ ਘਰ ਵਿੱਚ ਬਾਣੀ ਪੜ੍ਹੀ ਜਾਊਗੀ, ਉੱਥੇ ਨੇਕ ਬੰਦਿਆਂ ਦੀ ਸੇਵਾ ਵੀ ਕੀਤੀ ਜਾਊਗੀ, ਭਲੇ ਬੰਦਿਆਂ ਨੂੰ ਖਾਲੀ ਨਹੀਂ ਮੋੜਿਆ ਜਾਵੇਗਾ। ਜਿਹੜੇ ਘਰ ਵਿੱਚ ਬਾਣੀ ਨਹੀਂ ਪੜ੍ਹੀ ਜਾਵੇਗੀ, ਉਹਨਾਂ ਨੂੰ ਸੇਵਾ ਦੀ ਸਮਝ ਨਹੀਂ ਕਦੇ ਪੈ ਸਕਦੀ। ਇੱਕ ਬਾਣੀ ਵਾਲਾ ਪਰਿਵਾਰ ਹੀ, ਬਾਣੀ ਪੜ੍ਹਨ ਵਾਲਾ, ਸੰਗਤ ਕਰਨ ਵਾਲਾ ਪਰਿਵਾਰ ਹੀ ਸੇਵਾ ਨੂੰ ਸਮਝ ਸਕਦਾ ਕਿ ਸੇਵਾ ਹੁੰਦੀ ਕੀ ਆ, ਸੇਵਾ ਕਰਨੀ ਕਿਉਂ ਆ। ਨਾਮ ਜਪਣ ਵਾਲੇ ਨੂੰ ਇਹਦੀ ਸਮਝ ਹੁੰਦੀ ਆ। ਜਿਹੜੇ ਇਹ ਨਹੀਂ ਕਰਦੇ, ਉਹਨਾਂ ਦੇ ਘਰਾਂ ਨੂੰ ਘਰ ਕਹਿਣ ਦੀ ਲੋੜ ਨਹੀਂ। ਉਹ ਉਜੜੀ ਹੋਈ ਨਗਰੀ ਆ, ਉਹ ਮਰਕਟ ਆ, ਮਸਾਨ ਹੈ ਉਹ, ਤੇ ਭੂਤ ਬਸੇ ਤਿੰਨ ਮਾਹੇ। ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਮੁਰਦਿਆਂ ਨੂੰ ਜਲਾਇਆ ਜਾਂਦਾ, ਕਬਰਿਸਤਾਨ ਦੇ ਵਿੱਚ ਮੁਰਦਿਆਂ ਨੂੰ ਜਲਾਇਆ ਜਾਂਦਾ, ਮਰੇ ਬੰਦਿਆਂ ਨੂੰ, ਬਿਲਕੁਲ ਉਹ ਘਰਾਂ ਨੂੰ ਵੀ ਘਰ ਕਹਿਣ ਦੀ ਲੋੜ ਨਹੀਂ। ਉਹਨਾਂ ਨੂੰ ਕਹਿ ਦਿਓ ਉੱਥੇ ਭੂਤ ਵੱਸਦੇ ਆ ਤੇ ਉਹਨਾਂ ਦੇ ਘਰ ਮਸਾਨ ਹਨ, ਕਬਰਿਸਤਾਨ ਹਨ, ਜਿੱਥੇ ਉਹ ਮੁਰਦੇ ਰਹਿੰਦੇ ਆ, ਕਿਉਂਕਿ ਉਹਨਾਂ ਦੇ ਅੰਦਰੋਂ ਸਿੱਖੀ ਮਰ ਚੁੱਕੀ ਆ, ਉਹਨਾਂ ਦੇ ਅੰਦਰੋਂ ਗੁਣ ਮਰ ਚੁੱਕੇ ਆ, ਉਹਨਾਂ ਦੇ ਅੰਦਰੋਂ ਚੰਗੀਆਂ ਆਦਤਾਂ ਮਰ ਚੁੱਕੀਆਂ, ਜਿਹਦੇ ਕਰਕੇ ਕਬੀਰ ਜੀ ਉਹਨਾਂ ਨੂੰ ਮੁਰਦਿਆਂ ਵਿੱਚ ਹੀ ਗਿਣ ਰਹੇ ਆ। ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਦੇ ਵਿੱਚ ਪਹੁੰਚੇ। ਨਗਰ ਦੇ ਵਿੱਚ ਜਦੋਂ ਗਏ, ਉੱਥੇ ਉਹ ਪਿੰਡ ਦੇ ਲੋਕਾਂ ਨੇ ਅੱਜ ਵੀ ਇੱਕ ਕੌਤਕ ਰਚਿਆ ਹੋਇਆ ਸੀ। ਜਦੋਂ ਵੀ ਕੋਈ ਪ੍ਰਾਣੀ ਮਰ ਜਾਂਦਾ, ਮਰਨ ਤੋਂ ਬਾਅਦ ਉਹਦਾ ਦਾਹ ਸੰਸਕਾਰ ਤਾਂ ਸਾਰੇ ਕਰਦੇ ਹੀ ਆ। ਉਹਨਾਂ ਨੇ ਸ਼ਮਸ਼ਾਨ ਘਾਟ ਦੇ ਬਾਹਰ ਇੱਕ ਬੋਰਡ ਲਾਇਆ ਸੀ, ਉਹਦੇ ਉੱਪਰ ਆਪਣੇ ਪਿੰਡ ਦੇ ਲੋਕਾਂ ਦੀ ਉਮਰ ਲਿਖੀ ਸੀ। ਉਮਰ ਐਸੀ ਲਿਖੀ, ਜਦੋਂ ਕੋਈ ਚਲਾਣਾ ਕਰ ਜਾਂਦਾ ਉਹਦੀ ਉਮਰ ਲਿਖ ਦਿੰਦੇ, ਫਲਾਣਾ ਬੰਦਾ ਇੰਨੀ ਉਮਰ ਦਾ ਹੋ ਕੇ ਮਰਿਆ। ਉਹ ਪਿੰਡ ਦੇ ਵਿੱਚ ਕਿਸੇ ਦੀ ਉਮਰ 2 ਸਾਲ ਲਿਖੀ ਹੋਈ ਆ ਉਹ ਬੋਰਡ ਉੱਪਰ, ਕੰਧ ਦੇ ਉੱਪਰ, ਕਿਸੇ ਦੀ 3 ਸਾਲ, ਕਿਸੇ ਦੀ 5 ਸਾਲ, ਕਿਸੇ ਦੀ 1 ਸਾਲ। ਭਾਈ ਮਰਦਾਨਾ ਜੀ ਨੇ ਉਹ ਕੰਧ ਉੱਪਰ ਲਿਖੇ ਹੋਏ ਅੱਖਰ ਪੜ੍ਹੇ ਆ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਣ ਲੱਗੇ, ਮਹਾਰਾਜ ਇਹ ਪਿੰਡ ਦੇ ਲੋਕਾਂ ਦੀ ਉਮਰ ਇੰਨੀ ਹੀ ਥੋੜ੍ਹੀ ਆ? ਕੀ ਇਹ ਬਿਮਾਰੀ ਨਾਲ ਮਰ ਜਾਂਦੇ ਆ? ਕੀ ਇਹ ਪਿੰਡ ਦੀ ਗਾਥਾ ਹੈ? ਮੈਂ ਜਾ ਕੇ ਦੇਖਣਾ ਚਾਹੁੰਦਾ ਹਾਂ। ਪਿੰਡ ਦੇ ਵਿੱਚ ਵਸਣ ਵਾਲੇ ਲੋਕ, ਇਹਨਾਂ ਦੀ ਉਮਰ ਇੰਨੀ ਜ਼ਿਆਦਾ ਛੋਟੀ ਆ ਕਿ ਇੰਨੀ ਨਿੱਕੀ ਉਮਰ ਦੇ ਵਿੱਚ ਹੀ ਸਾਰੇ ਮਰ ਜਾਂਦੇ ਆ। ਕਿਸੇ ਦੀ 2 ਸਾਲ, ਕਿਸੇ ਦੀ 4 ਸਾਲ ਉਮਰ ਲਿਖੀ ਪਈ ਆ। ਆਪਾਂ ਇਹ ਪਿੰਡ ਦੇ ਵਿੱਚ ਚੱਲੀਏ। ਫਿਰਨੀ ਤੋਂ ਹੁੰਦੇ ਹੋਏ ਅੱਗੇ ਵਧੇ ਆ। ਪਿੰਡ ਦੇ ਵਿੱਚ ਜਾ ਕੇ ਦੇਖਿਆ ਤੇ ਬਹੁਤ ਲੰਮੀ ਉਮਰ ਵਾਲੇ ਬਜ਼ੁਰਗ ਉਹਨਾਂ ਨੂੰ ਮਿਲੇ, ਚਿੱਟੀਆਂ ਦਾੜੀਆਂ ਵਾਲੇ। ਭਾਈ ਮਰਦਾਨਾ ਜੀ ਦਾ ਸ਼ੱਕ ਸ਼ੰਕਾ ਹੋਰ ਵਧਿਆ। ਕਹਿੰਦੇ ਇੱਥੇ ਤਾਂ ਬਹੁਤ ਲੰਮੀ ਉਮਰ ਵਾਲੇ ਲੋਕ ਫਿਰਦੇ ਆ। ਪਿੰਡ ਦੇ ਮੁਖੀਏ ਕੋਲ ਜਾ ਕੇ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਨੇ ਕਿ ਇਹ ਭਾਈ ਤੁਸੀਂ ਕੀ ਲਿਖਿਆ ਹੋਇਆ? ਕਿਸੇ ਦੀ ਉਮਰ 2 ਸਾਲ, 3 ਸਾਲ, 5 ਸਾਲ ਹੈ। ਕਿ ਇੰਨੀ ਛੋਟੀ ਉਮਰ ਵਿੱਚ ਇੱਥੇ ਲੋਕ ਮਰ ਚੁੱਕੇ ਆ ਪਹਿਲਾਂ।
ਉਹ ਮੁਖੀਏ ਨੇ ਕਿਹਾ ਦਰਅਸਲ ਗੱਲ ਤਾਂ ਇਹ ਹੈ ਕਿ ਉਮਰ ਤਾਂ ਇੱਥੇ ਲੋਕਾਂ ਦੀ ਬਹੁਤ ਆ, ਪਿੰਡ ਵਿੱਚ ਰਹਿਣ ਵਾਲਿਆਂ ਦੀ। ਕੋਈ 60 ਸਾਲ ਦਾ ਹੋ ਕੇ ਮਰਦਾ, ਕੋਈ 70 ਸਾਲ ਦਾ ਹੋ ਕੇ ਮਰਦਾ, ਕੋਈ 90 ਸਾਲ ਦੇ ਹੋ ਕੇ ਮਰਦੇ ਆ। ਪਰ ਅਸੀਂ ਪਿੰਡ ਦੇ ਹਰ ਇੱਕ ਬੰਦੇ ਨੂੰ ਇੱਕ ਕਾਗਜ਼ ਦਿੱਤਾ ਹੋਇਆ ਹੈ, ਇੱਕ ਕਾਪੀ ਦਿੱਤੀ ਹੋਈ ਆ। ਉਹਦੇ ਉੱਪਰ ਉਹ ਲਿਖਦਾ ਹੈ ਆਪਣਾ, ਜਦੋਂ ਵੀ ਉਹਨੇ ਨਾਮ ਜਪਿਆ ਹੋਵੇ ਉਹ ਘੰਟੇ ਲਿਖ ਦਿੰਦਾ ਹੈ ਕਿ ਇੰਨੇ ਘੰਟੇ ਮੈਂ ਅੱਜ ਨਾਮ ਜਪਿਆ। ਅਸੀਂ ਜਦੋਂ ਬੰਦਾ ਮਰ ਜਾਂਦਾ, ਉਹ ਚੜ੍ਹਾਈ ਕਰ ਜਾਂਦਾ, ਉਹ ਹਿਸਾਬ ਲਾ ਕੇ ਲਿਖ ਦਿੰਦੇ ਆ ਕਿ ਜਿਹੜਾ ਇਹਨੇ ਨਾਮ ਜਪਿਆ ਉਹੀ ਬਸ ਇਹਦੀ ਅਸਲ ਉਮਰ ਸੀ, ਬਾਕੀ ਤਾਂ ਸਾਹਾਂ ਦਾ ਰੌਲਾ ਹੀ ਸੀ। ਜਿੰਨੇ ਸਾਲ ਇਹਨੇ ਜਿੰਨੇ ਦਿਨ ਨਾਮ ਜਪਿਆ ਉਹੀ ਇਹਦੀ ਜ਼ਿੰਦਗੀ ਸੀ ਅਸਲ, ਬਾਕੀ ਤਾਂ ਸਾਹਾਂ ਦਾ ਰੌਲਾ ਰੱਪਾ ਹੀ ਸੀ। ਜਿਹੜੇ ਨਾਮ ਦੇ ਰਸੀਏ ਨਾਮ ਜਪਦੇ ਆ ਉਹਨਾਂ ਦੀ ਉਨੀ ਉਮਰ ਸ਼ਮਸ਼ਾਨ ਘਾਟ ਦੇ ਬਾਹਰ ਲਿਖ ਦਿੰਦੇ ਆ ਕਿ ਉਹ ਬੰਦੇ ਦੀ ਉਮਰ ਇੰਨੀ ਆ। ਭਾਵੇਂ ਉਹਦੀ ਉਮਰ 90 ਸਾਲ ਹੋਈ ਹੋਵੇ, ਪਰ ਜਿੰਨਾ ਸਮਾਂ ਉਹਨੇ ਨਾਮ ਜਪਿਆ, ਜੇ 1 ਸਾਲ ਜਪਿਆ ਉਹਦੀ ਉਮਰ 1 ਸਾਲ ਲਿਖੀ ਹੋਈ ਆ। ਜਿਹਨੇ 5 ਸਾਲ ਉਹਦੀ 5, ਜਿਹਨੇ 2 ਸਾਲ, ਜਿਹਨੇ 2 ਮਹੀਨੇ ਜਪਿਆ ਉਹਦੀ 2 ਮਹੀਨੇ ਲਿਖੀ ਆ, ਇਹਨੇ 10 ਦਿਨ ਜਪਿਆ ਉਹਦੀ 10 ਦਿਨ ਹੀ ਲਿਖੀ ਆ। ਤਾਂ ਇਹੀ ਬੰਦੇ ਦੀ ਅਸਲ ਉਮਰ ਹੈ। ਜਦੋਂ ਭਾਈ ਮਰਦਾਨਾ ਜੀ ਨੇ ਸੁਣਿਆ ਉਹਨਾਂ ਤੋਂ ਕਿ ਇਹ ਵਾਕਈ ਸੱਚ ਹੈ, ਕਿ ਵਾਕਈ ਹਰ ਘਰ ਵਿੱਚ ਕਾਗਜ਼ ਤੁਸੀਂ ਰੱਖਿਆ ਹੋਇਆ, ਉਹ ਕਹਿੰਦੇ ਬਿਲਕੁਲ। ਇਹ ਤੁਹਾਨੂੰ ਕਰਨ ਲਈ ਕਿਹਨੇ ਪ੍ਰੇਰਿਆ ਹੈ? ਏਡੀ ਵੱਡੀ ਪ੍ਰੇਰਨਾ ਕਿੱਥੋਂ ਆਈ ਆ? ਤੇ ਸਾਰੇ ਪਿੰਡ ਦਾ ਏਕਾ, ਇਕਜੁੱਟ ਹੋਣਾ, ਇਹ ਕਿੱਥੋਂ ਤੁਹਾਨੂੰ ਇਹ ਚੀਜ਼ ਦੀ ਸੋਝੀ ਆਈ ਆ ਕਿ ਇਸ ਤਰ੍ਹਾਂ ਕਾਗਜ਼ ਦੇ ਉੱਪਰ ਲਿਖਣਾ, ਇੰਨੇ ਘੰਟੇ ਨਾਮ ਜਪਿਆ, ਫਿਰ ਉਹਦੀ ਉਮਰ ਦਾ ਹਿਸਾਬ ਲਾ ਕੇ ਸ਼ਮਸ਼ਾਨ ਭੂਮੀ ਦੇ ਬਾਹਰ ਲਿਖਣਾ? ਇੰਨਾ ਗਿਆਨ, ਇੰਨਾ ਚਾਨਣ ਕਿੱਥੋਂ ਆ ਗਿਆ? ਤਾਂ ਉਹਨਾਂ ਨੇ ਕਿਹਾ ਚਾਨਣ, ਗਿਆਨ ਸਾਰਾ ਜੋ ਵੀ ਆਇਆ, ਜਿਵੇਂ ਰੌਸ਼ਨੀ ਸਾਰੀ ਸੂਰਜ ਤੋਂ ਆਉਂਦੀ ਆ, ਇਹ ਵੀ ਪਰਮਾਤਮਾ ਨੇ ਸਾਨੂੰ ਦਿੱਤੀ ਹੋਣੀ ਆ। ਜਿਵੇਂ ਸਾਰਾ ਪਾਣੀ ਸਮੁੰਦਰਾਂ ਤੋਂ ਜਾਂ ਧਰਤੀ ਦੇ ਹੇਠਾਂ ਤੋਂ ਆਉਂਦਾ ਹੈ, ਸਾਰੀ ਰੌਸ਼ਨੀ ਸੂਰਜ ਤੋਂ ਆਉਂਦੀ ਆ, ਸਾਰਾ ਚਾਨਣ, ਸਾਰੀ ਠੰਡਕ ਚੰਦਰਮਾ ਤੋਂ ਆਉਂਦੀ ਆ। ਬਿਲਕੁਲ ਇਹ ਗਿਆਨ ਸਾਨੂੰ ਗੁਰੂ ਅਕਾਲ ਪੁਰਖ ਨੇ ਦਿੱਤਾ ਹੋਣਾ, ਸਾਡੇ ਕੋਲ ਸਾਡਾ ਕੁਝ ਵੀ ਨਹੀਂ ਹੈ। ਭਾਈ ਸਾਹਿਬ ਜੀ ਮਰਦਾਨਾ ਜੀ ਬਹੁਤ ਖੁਸ਼ ਹੋਏ ਉੱਥੇ ਉਹ ਪਿੰਡ ਦੇ ਮੁਖੀਏ ਨੂੰ ਮਿਲ ਕੇ ਕਿ ਇਹਨਾਂ ਨੂੰ ਪਰਮਾਰਥ ਦੀ ਬੜੀ ਸਮਝ ਹੈ ਮਹਾਰਾਜ। ਜਾ ਕਰ ਸਾਧ ਨ ਸੇਵੀ ਹੈ, ਹਰ ਕੀ ਸੇਵਾ ਨਾਹੀਂ। ਉਹਨਾਂ ਨੇ ਗੁਰੂ ਸਾਹਿਬ ਭਾਈ ਮਰਦਾਨਾ ਜੀ ਦੀ ਬੜੀ ਸੇਵਾ ਕੀਤੀ ਆ। ਹੁਣ ਭਗਤ ਜੀ ਕਹਿੰਦੇ ਜਿਹੜੇ ਬੰਦੇ ਨਾਮ ਜਪਦੇ ਆ, ਸੇਵਾ ਕਰਦੇ ਆ ਭਲੇ ਬੰਦਿਆਂ ਦੀ, ਨੇਕ ਬੰਦਿਆਂ ਦੀ, ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਵੇ, ਉਹਨਾਂ ਦੀ ਸੇਵਾ ਕਰਦੇ ਆ। ਤੇ ਘਰ ਮਰਹਟ ਸਾਰਖੇ ਭੂਤ ਬਸੇ ਤਿਨ ਮਾਹੇ, ਉਹ ਤਾਂ ਭਲੇ ਬੰਦੇ ਆ। ਜਿਹੜੇ ਨਹੀਂ ਕਰਦੇ, ਉਹ ਜਿਹੜੇ ਘਰਾਂ ਵਿੱਚ ਰਹਿੰਦੇ ਆ, ਘਰ ਨਹੀਂ ਉਹ ਸ਼ਮਸ਼ਾਨ ਘਾਟ ਆ। ਜਿਹੜੇ ਨਾਮ ਨਹੀਂ ਜਪਦੇ ਉਹਨਾਂ ਨੂੰ ਭੂਤ ਪ੍ਰੇਤ ਤੋਂ ਡਰਨ ਦੀ ਲੋੜ ਨਹੀਂ, ਉਹ ਖੁਦ ਹੀ ਇੱਕ ਪ੍ਰੇਤ ਹਨ, ਭੂਤ ਹਨ। ਤਾਂ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਦੱਸਿਆ ਹੈ। ਅੱਜ ਦੇ ਬਚਨਾਂ ਵਿੱਚ 2 ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ, ਸੇਵਾ ਨਾਮ ਦੇ ਨਾਲ ਜੁੜੀ ਹੋਈ ਆ ਤੇ ਨਾਮ ਸੇਵਾ ਦੇ ਨਾਲ ਜੁੜਿਆ ਹੋਇਆ ਹੈ। ਕਦੇ ਵੀ ਇਹ ਚੀਜ਼ ਇਕੱਲੀ ਇਕੱਲੀ ਨਹੀਂ ਹੋ ਸਕਦੀ। ਨਾਮ ਦੇ ਨਾਲ ਸੇਵਾ ਜ਼ਰੂਰ ਹੋਊਗੀ। ਜੇ ਇਕੱਲਾ ਕੋਈ ਬੈਠਾ ਨਾਮ ਜਪ ਰਿਹਾ ਪਰ ਸੇਵਾ ਦੇ ਵਿੱਚ ਨਹੀਂ ਆ ਰਿਹਾ, ਤਾਂ ਉਹ ਅੱਧਾ ਅਧੂਰਾ ਉਹਦਾ ਮੰਨਿਆ ਜਾਊਗਾ। ਜੇ ਉਹ ਸੰਗਤ ਦੀ ਸੇਵਾ ਨਹੀਂ ਕਰ ਰਿਹਾ, ਕੋਈ ਉਪਦੇਸ਼ ਨਹੀਂ ਦੇ ਰਿਹਾ, ਕੋਈ ਸਮਾਜ ਦਾ ਸੇਵਕ ਨਹੀਂ, ਕੋਈ ਗੁਣਾ ਕਰਕੇ ਅੱਗੇ ਆ, ਕਿਸੇ ਨੂੰ ਗੁਣ ਦੇ ਨਹੀਂ ਰਿਹਾ, ਫਿਰ ਉਹਦੀ ਸੇਵਾ ਤਪੱਸਿਆ, ਤਪ, ਇੱਕ ਹੰਕਾਰ ਮੰਨਿਆ ਜਾਊ ਉਹਦਾ ਵੀ। ਜੇ ਨਾਮ ਦੇ ਨਾਲ ਸੇਵਾ ਨਹੀਂ, ਸੇਵਾ ਦੇ ਨਾਲ ਨਾਮ, ਨਾਮ ਦੇ ਨਾਲ ਸੇਵਾ, ਦੋਨੇ ਇੱਕ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਆਪਸ ਵਿੱਚ। ਜਿਹੜਾ ਨਾਮ ਦਾ ਧਾਰਨੀ ਹੋਊਗਾ ਉਹ ਸੇਵਾ ਕਰੂਗਾ। ਜਿਹੜਾ ਸਾਡੇ ਤੋਂ ਗੁਣ ਕਰਕੇ ਪਿੱਛੇ ਆ ਉਹਨੂੰ ਬਰੋਬਰ ਲਿਆ ਕੇ ਨਾਲ ਖੜਾ ਕਰੂਗਾ। ਇਹ ਸੇਵਾ ਕਰ ਸਕਦੇ ਆਪਾਂ। ਸੇਵਾ ਕਿਹਦੀ ਹੋ ਸਕਦੀ? ਜਿਹੜਾ ਸਾਡੇ ਤੋਂ ਪਿੱਛੇ ਰਹਿ ਗਿਆ, ਗੁਣਾਂ ਕਰਕੇ ਪਿੱਛੇ ਰਹਿ ਗਿਆ। ਕਿਸੇ ਨੂੰ ਰੋਟੀ ਬਣਾਉਣੀ ਨਹੀਂ ਆਉਂਦੀ, ਆਪਾਂ ਰੋਟੀ ਪਕਾਉਣੀ ਸਿਖਾ ਦਿੱਤੀ, ਇਹ ਵੀ ਇੱਕ ਤਰ੍ਹਾਂ ਦੀ ਸੇਵਾ ਹੀ ਆ। ਕਿਸੇ ਨੂੰ ਮਾਇਆ ਦੀ ਲੋੜ ਹੈ, ਘਰ ਵਿੱਚ ਸ਼ਾਦੀ ਆ,
ਉਹਦੇ ਰੱਖੀ ਹੋਈ ਧੀ ਦਾ ਵਿਆਹ, ਕੋਈ ਵੀ ਉਹਨੂੰ ਕੰਮ ਦੀ ਲੋੜ ਆ, ਆਪਾਂ ਪੈਸੇ ਦੇ ਦਿੱਤੇ, ਮਦਦ ਕਰ ਦਿੱਤੀ, ਇੱਕ ਸੇਵਾ ਹੀ ਆ। ਸੇਵਾ ਇੱਕ ਤਰ੍ਹਾਂ ਦੀ ਨਹੀਂ ਹੁੰਦੀ, ਬਹੁਤ ਤਰ੍ਹਾਂ ਦੀ ਸੇਵਾ ਹੁੰਦੀ ਆ। ਵਿੱਦਿਆ ਇੱਕ ਤਰ੍ਹਾਂ ਦੀ ਨਹੀਂ ਹੁੰਦੀ, 64 ਤਰ੍ਹਾਂ ਦੀ ਵਿੱਦਿਆ ਹੁੰਦੀ ਆ। ਸੇਵਾ ਵੀ ਬਹੁਤ ਤਰ੍ਹਾਂ ਦੀ ਹੁੰਦੀ ਆ। ਕਿਸੇ ਨੂੰ ਸਾਜ਼ ਵਜਾਉਣਾ ਨਹੀਂ ਆਉਂਦਾ, ਉਹਨੂੰ ਸਾਜ਼ ਵਜਾਉਣਾ ਉਸਤਾਦ ਨੇ ਸਿਖਾ ਦਿੱਤਾ, ਬਰੋਬਰ ਕਰ ਦਿੱਤਾ ਆਪਣੇ, ਇਹ ਵੀ ਇੱਕ ਸੇਵਾ ਹੀ ਹੁੰਦੀ ਆ। ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਸੇਵਾ ਕਰਦੇ ਕਰਦੇ ਵਾਤਾਵਰਨ ਨੂੰ ਸਾਫ਼ ਰੱਖਿਆ, ਕਿਸੇ ਨੇ ਪੌਦੇ ਲਾਏ ਆ, ਰੁੱਖਾਂ ਦੀ ਸੰਭਾਲ ਕੀਤੀ ਆ, ਇਹ ਵੀ ਇੱਕ ਸੇਵਾ ਹੀ ਆ। ਕਿਸੇ ਨੂੰ ਰੋਟੀ ਪਾਣੀ ਛਕਾ ਦਿੱਤਾ, ਰਾਹੀ ਪਾਂਧੀ ਨੂੰ, ਜਿਹਨੂੰ ਬਹੁਤ ਪਿਆਸ ਭੁੱਖ ਲੱਗੀ ਹੋਈ ਆ, ਉਹਨੂੰ ਸ਼ਾਂਤ ਕਰ ਦਿੱਤਾ, ਇਹ ਵੀ ਇੱਕ ਸੇਵਾ ਹੀ ਆ। ਮਿੱਠਾ ਬੋਲ ਬੋਲਿਆ ਕਿਸੇ ਨੂੰ, ਉਹਦਾ ਹਿਰਦਾ ਸ਼ਾਂਤ ਕਰ ਦਿੱਤਾ, ਇਹ ਵੀ ਇੱਕ ਸੇਵਾ ਹੀ ਆ। ਚੰਗਾ ਬੋਲਣਾ ਵੀ ਇੱਕ ਸੇਵਾ ਹੀ ਆ, ਉਹ ਜੀਵ ਦੀ ਸੇਵਾ ਹੈ। ਕੁਝ ਸੇਵਾਵਾਂ ਹੱਥਾਂ ਦੀਆਂ ਹੁੰਦੀਆਂ, ਕੁਝ ਸੇਵਾਵਾਂ ਜੀਵ ਦੀਆਂ ਹੁੰਦੀਆਂ। ਕਿਸੇ ਨਾਲ ਆਪਾਂ ਦੁੱਖ ਸੁੱਖ ਸਾਂਝਾ ਕਰ ਲਿਆ, ਉਹਨੂੰ ਸੁਣ ਲਿਆ ਆਪਾਂ, ਉਹਦੇ ਹਿਰਦੇ ਨੂੰ ਸ਼ਾਂਤੀ ਆ ਗਈ, ਇਹ ਵੀ ਇੱਕ ਸੇਵਾ ਹੀ ਆ। ਤਾਂ ਬਹੁਤ ਤਰ੍ਹਾਂ ਦੀ ਸੇਵਾ ਜਿੱਥੇ ਹੁੰਦੀ ਆ, ਇਹ ਉਹ ਘਰਾਂ ਵਿੱਚ ਹੀ ਹੋ ਸਕਦੀ ਆ ਜਿੱਥੇ ਬਾਣੀ ਪੜ੍ਹੀ ਜਾਂਦੀ ਆ। ਬਾਣੀ ਪੜ੍ਹਨ ਵਾਲੇ ਘਰ ਵਿੱਚ ਹੀ ਸੇਵਾ ਕੀਤੀ ਜਾ ਸਕਦੀ ਹੈ। ਜਿਹੜੇ ਘਰ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ, ਉਹ ਬੰਦਾ ਸੇਵਾ ਨਹੀਂ ਕਰ ਸਕਦਾ, ਕਿਉਂਕਿ ਉਹਨੂੰ ਸਮਝ ਨਹੀਂ ਹੋਣੀ, ਉਹਨੂੰ ਕਦੇ ਚਿੱਤ ਵੀ ਸਮਝ ਨਹੀਂ ਲੱਗ ਸਕਦੀ। ਉਹ ਹੰਕਾਰ ਸਕਦਾ, ਉਹਦੇ ਵਿੱਚ ਮਾਣ ਹੋ ਸਕਦਾ, ਉਹਦੇ ਵਿੱਚ ਸਿਰਫ ਤੇ ਸਿਰਫ ਇੱਕ ਇਹ ਹੋ ਸਕਦਾ ਵੀ ਮੈਂ ਬਹੁਤ ਵੱਡਾ ਹਾਂ, ਹੋਰ ਉਹਦੇ ਵਿੱਚ ਹੋਰ ਦੂਜੀ ਗੱਲ ਨਹੀਂ ਹੋ ਸਕਦੀ। ਭਗਤ ਜੀ ਕਹਿੰਦੇ ਕਿ ਉਦੋਂ ਵੀ ਜਿਹੜੇ ਬ੍ਰਾਹਮਣ ਸੀਗੇ, ਉਹਨਾਂ ਦੇ ਸਮੇਂ ਵਿੱਚ ਰਹਿੰਦੇ ਹੋਏ ਠਾਕੁਰਾਂ ਦੀ ਸੇਵਾ ਵਿੱਚ ਲੋਕਾਂ ਨੂੰ ਲਾ ਤਾਂ ਦਿੰਦੇ ਸੀ, ਆਪ ਵੀ ਕਰਦੇ ਸੀ, ਪਰ ਨਾਮ ਦੇ ਧਾਰਨੀ ਨਹੀਂ ਸੀਗੇ। ਉਹਨਾਂ ਨੂੰ ਹੰਕਾਰ ਹੋਣਾ ਸ਼ੁਰੂ ਹੋ ਗਿਆ। ਬ੍ਰਾਹਮਣਾਂ ਨੇ ਆਪਦੇ ਆਪ ਨੂੰ ਉੱਚਾ ਮੰਨਿਆ, ਬਹੁਤ ਲੋਕਾਂ ਦਾ ਸ਼ੋਸ਼ਣ ਕੀਤਾ, ਬਹੁਤ ਲੋਕਾਂ ਨਾਲ ਧੱਕੇਸ਼ਾਹੀ ਕੀਤੀ। ਸ਼ੂਦਰਾਂ ਦੀਆਂ ਕੰਨਾਂ ਦੇ ਵਿੱਚ ਨੀਵੀਂ ਜਾਤੀ ਵਾਲੇ ਉਹਨਾਂ ਨੂੰ ਕਹਿ ਕੇ ਸਿੱਕਾ ਪਿਘਲਾ ਕੇ ਉਹਨਾਂ ਦੇ ਕੰਨਾਂ ਵਿੱਚ ਪਾਇਆ। ਉਹਨਾਂ ਨੂੰ ਕਥਾ ਵੀ ਨਹੀਂ ਸੁਣਨ ਦਿੱਤੀ, ਨਾ ਹੀ ਵੇਦਾਂ ਦੀ ਕਥਾ ਪੜ੍ਹਾਈ ਆ। ਬਹੁਤ ਧੱਕਾ ਕੀਤਾ ਇਹਨਾਂ ਨੇ। ਤਾਂ ਜਿਹੜਾ ਬੰਦਾ ਅਸਲੀ ਚੀਜ਼ ਨਾਮ ਦੇ ਨਾਲ ਜੁੜਿਆ ਹੋਊਗਾ, ਉਹਦੇ ਲਈ ਸਾਰੇ ਇੱਕੋ ਸਮਾਨ ਹੁੰਦੇ ਆ, ਸਾਰੇ ਇੱਕੋ ਜਿਹੇ ਹੁੰਦੇ ਆ। ਉਹਦੇ ਲਈ ਕੋਈ ਊਚ ਨੀਚ, ਨਾਨਕ ਉਤਮ ਨੀਚ ਨਾ ਕੋਈ, ਨਾ ਤਾਂ ਕੋਈ ਉੱਚਾ ਹੈ ਤੇ ਨਾ ਹੀ ਕੋਈ ਨੀਵਾਂ ਹੁੰਦਾ। ਹਮੇਸ਼ਾ ਉਹਦੇ ਅੰਦਰ ਸ਼ਾਂਤੀ ਬਣੀ ਹੁੰਦੀ ਆ, ਜਿਹੜਾ ਨਾਮ ਦਾ ਰਸੀਆ ਹੋਵੇ। ਤਾਂ ਦੋ ਚੀਜ਼ਾਂ ਆਪਸ ਵਿੱਚ ਜੁੜੀਆਂ ਹੋਈਆਂ। ਪਹਿਲੀ ਚੀਜ਼ ਹੈ ਉਹ ਹੈ ਬਾਣੀ, ਤੇ ਬਾਣੀ ਪੜ੍ਹਨ ਵਾਲੇ ਨਾਲ ਸੇਵਾ ਵੀ ਹੋਊਗੀ। ਜੇ ਬਾਣੀ ਪੜ੍ਹਨ ਵਾਲਾ ਸੇਵਾ ਨਹੀਂ ਕਰਦਾ, ਇਹਦੇ ਅਰਥ ਇਹ ਆ ਕਿ ਉਹਦੀ ਬਾਣੀ ਦੇ ਵਿੱਚ, ਪੜ੍ਹੀ ਹੋਈ ਦੇ ਵਿੱਚ, ਨਾ ਤਾਂ ਉਹਨੂੰ ਬਾਣੀ ਦੀ ਸਮਝ ਹੈ, ਜਾਂ ਜਦੋਂ ਬਾਣੀ ਪੜ੍ਹਦਾ ਹੋਊਗਾ ਉਹਦੇ ਖਿਆਲ ਕਿਤੇ ਹੋਰ ਹੁੰਦੇ ਹੋਣਗੇ। ਬਾਣੀ ਪੜ੍ਹਨ ਵਾਲੇ ਹਮੇਸ਼ਾ ਸੇਵਾ ਵਿੱਚ ਲੱਗੇ ਦਿਖਣਗੇ ਤੁਹਾਨੂੰ, ਤੇ ਸੇਵਾ ਵਿੱਚ ਲੱਗੇ ਹੋਏ ਬਾਣੀ ਪੜ੍ਹਨ ਵਾਲੇ ਹੋਣਗੇ। ਜੇ ਉਹ ਅਨਪੜ੍ਹ ਹੋਣਗੇ ਤਾਂ ਵਾਹਿਗੁਰੂ ਦਾ ਜਾਪ ਜਪਣ ਵਾਲੇ ਹੋਣਗੇ। ਦੋ ਚੀਜ਼ਾਂ ਹਮੇਸ਼ਾ ਆਪਸ ਵਿੱਚ ਜੁੜੀਆਂ ਹੋਈਆਂ, ਨਾਮ ਤੇ ਸੇਵਾ। ਸੇਵਾ ਤੇ ਨਾਮ ਇੱਕ ਸਿੱਕੇ ਦੇ ਦੋ ਪਹਿਲੂ ਆ। ਜਿਵੇਂ ਇੱਕ ਸਿੱਕਾ ਹੁੰਦਾ ਆਪਣੇ ਕੋਲ, ਹੈੱਡ ਤੇ ਟੇਲ ਉਹਦੇ ਇੱਕ ਪਾਸੇ, ਦੂਜੇ ਪਾਸਾ ਆਪਾਂ ਘੁਮਾ ਦਈਏ, ਇੱਕ ਸਿੱਕੇ ਦੇ ਦੋ ਪਾਸੇ ਹੁੰਦੇ ਆ। ਇਵੇਂ ਇੱਕ ਸਿੱਕਾ ਹੈ ਵਾਹਿਗੁਰੂ ਵੱਲੋਂ ਬਖਸ਼ਿਆ ਬਾਣੀ ਦਾ, ਉਹਦੇ ਦੂਜੇ ਪਾਸੇ ਸੇਵਾ ਹੈ। ਸੇਵਾ ਹੈ ਤੇ ਉਹਦੇ ਦੂਜੇ ਪਾਸੇ ਨਾਮ ਹੈ। ਨਾਮ ਸੇਵਾ, ਸੇਵਾ ਤੇ ਨਾਮ ਦੋਨੋਂ ਇਕੱਠੇ ਚੱਲਦੇ ਆ। ਜੇ ਕੋਈ ਇਕੱਲਾ ਬਾਣੀ ਪੜ੍ਹ ਰਿਹਾ ਪਰ ਸੇਵਾ ਨਹੀਂ ਕਰ ਰਿਹਾ, ਉਹਦੀ ਪੜ੍ਹੀ ਬਾਣੀ ਦਾ ਮੁੱਲ ਨਹੀਂ ਪੈ ਸਕਦਾ, ਕਿਉਂਕਿ ਉਹਨੇ ਅੱਧਾ ਕੰਮ ਹੀ ਕੀਤਾ। ਜੇ ਕੋਈ ਸੇਵਾ ਕਰ ਰਿਹਾ ਪਰ ਨਾਮ ਨਹੀਂ ਜਪ ਰਿਹਾ, ਉਹਦਾ ਵੀ ਅੱਧਾ ਹੀ ਮੁੱਲ ਪੈਣਾ। ਦੁਨੀਆ ਵਿੱਚ ਕੁਝ ਲੋਕ ਨਾਮ ਤਾਂ ਜਪ ਲੈਂਦੇ ਆ, ਪਰ ਉਹਨਾਂ ਤੋਂ ਸੇਵਾ ਨਹੀਂ ਹੋ ਪਾਉਂਦੀ। ਕੁਝ ਸੇਵਾ ਕਰ ਲੈਂਦੇ ਪਰ ਉਹਨਾਂ ਤੋਂ ਨਾਮ ਨਹੀਂ ਜਪਿਆ ਜਾਂਦਾ। ਇਹ ਗੱਲ ਅੱਧੀ ਅਧੂਰੀ ਆ, ਕਿਉਂਕਿ ਜਦੋਂ ਆਪਾਂ ਸੇਵਾ ਕਰਦੇ ਹਾਂ, ਨਾਮ ਨਹੀਂ ਜਪਦੇ, ਹੰਕਾਰ ਹੋ ਜਾਂਦਾ। ਬਾਣੀ ਪੜ੍ਹਦੇ ਹਾਂ, ਸੇਵਾ ਨਹੀਂ ਕਰਦੇ, ਫਿਰ ਵੀ ਹੰਕਾਰ ਹੋ ਜਾਂਦਾ। ਦੋਨੋਂ ਚੀਜ਼ਾਂ ਮਿਲ ਕੇ ਚੱਲਣਗੀਆਂ ਤੇ ਠੀਕ ਹੋਣਾ। ਤਾਂ ਭਗਤ ਜੀ ਕਹਿੰਦੇ ਜਿਹੜੇ ਘਰਾਂ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ, ਸੇਵਾ ਨਹੀਂ ਕੀਤੀ ਜਾਂਦੀ ਆਏ ਗਿਆਂ ਦੀ, ਮਹਿਮਾਨਾਂ ਦੀ, ਉਹ ਘਰਾਂ ਨੂੰ ਘਰ ਨਾ ਕਹਿ ਦਿਓ। ਉਹ ਘਰ ਮੇਰੇ ਲਈ ਮਸਾਨ ਆ। ਉਹਨਾਂ ਘਰ ਵਿੱਚ ਬੰਦੇ ਨਹੀਂ, ਭੂਤ ਹੀ ਰਹਿੰਦੇ ਆ। ਭੂਤ ਬਸੇ ਤਿਨ ਮਾਹੇ, ਬੰਦੇ ਨੂੰ ਮਾਣ ਹੋ ਜਾਂਦਾ।
ਬਾਬਾ ਆਨੰਦ ਸਿੰਘ ਜੀ ਦੀ ਬਰਸੀ 29 ਤਰੀਕ ਦੀ ਹੈ ਗੁਰੂ ਪਿਆਰੀ ਸੰਗਤ ਜੀ। ਉਹਨਾਂ ਦੇ ਜੀਵਨ ਵਿੱਚੋਂ ਕੁਝ ਗਥਾਵਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗਾ ਮੈਂ। 29 ਤਰੀਕ ਨੂੰ ਉਹਨਾਂ ਦੀ ਬਰਸੀ ਹਰ ਸਾਲ ਨਾਨਕਸਰ ਕਲੇਰਾਂ ਵਿਖੇ ਮਨਾਈ ਜਾਂਦੀ ਆ। ਬਾਣੀ ਪੜ੍ਹੀ ਜਾਂਦੀ, ਉੱਥੇ ਕੀਰਤਨ ਹੁੰਦਾ ਹੈ। ਬਾਬਾ ਆਨੰਦ ਸਿੰਘ ਜੀ ਦੇ ਕੋਲ ਇੱਕ ਵਾਰ ਕੋਈ ਰਬਾਬੀ ਚੱਲ ਕੇ ਆਇਆ, ਜਿਹੜਾ ਬਹੁਤ ਚੰਗਾ ਰਬਾਬ ਵਜਾ ਲੈਂਦਾ ਸੀ, ਜਿਹਨੂੰ ਸੁਰਾਂ ਦੀ ਸਮਝ ਸੀ ਬਹੁਤ ਜ਼ਿਆਦਾ, ਗਿਆਨ ਬਹੁਤ ਜ਼ਿਆਦਾ ਸੀਗਾ, ਨੌਲੇਜ ਬੜੀ ਜ਼ਿਆਦਾ ਸੀ। ਜਿਵੇਂ ਕੋਈ ਕਿਸੇ ਨੇ ਆਪਦੀ ਜ਼ਿੰਦਗੀ ਲਾਈ ਹੋਵੇ ਸਾਜ਼ਾਂ ਦੇ ਵਿੱਚ, ਤਾਂ ਉਹਨੂੰ ਸਮਝ ਆ ਜਾਂਦੀ ਆ ਕਿਹੜਾ ਸੁਰ ਕਦੋਂ ਕਿੱਥੇ ਕਿਵੇਂ ਗਾਉਣਾ ਤੇ ਕਿਹੜਾ ਰਾਗ ਦਾ ਵੇਲਾ ਕਿਹੜਾ। ਜਿਵੇਂ ਕਿ ਕੁਝ ਰਾਗ ਸਵੇਰ ਵੇਲੇ ਗਾਏ ਜਾਂਦੇ ਆ, ਕੁਝ ਰਾਗ ਐਸੇ ਆ ਜਿਹੜੇ ਸ਼ਾਮ ਨੂੰ ਗਾਏ ਜਾਂਦੇ ਆ, ਕੁਝ ਰਾਗ ਜਿਹੜੇ ਆ ਉਹ ਦੁਪਹਿਰੇ ਗਾਏ ਜਾਂਦੇ ਆ। ਅੱਡ ਅੱਡ ਸਮਾਂ ਹੁੰਦਾ ਹੈ ਰਾਗਾਂ ਨੂੰ ਗਾਉਣ ਦਾ। ਤਾਂ ਉਹਨੂੰ ਸਾਰੀ ਸਮਝ ਸੀਗੀ ਰਾਗਾਂ ਦੀ। ਬਾਬਾ ਆਨੰਦ ਸਿੰਘ ਜੀ ਕੋਲ ਚੱਲ ਕੇ ਆਇਆ। ਉਹੀ ਮਾਣ ਵਾਲੀ ਗੱਲ ਹੋ ਜਾਂਦੀ ਆ। ਫਿਰ ਬੰਦੇ ਨੂੰ ਐ ਹੋ ਜਾਂਦਾ ਮੈਂ ਉਸਤਾਦ ਬਣ ਗਿਆ, ਮੈਨੂੰ ਸਾਰਾ ਕੁਝ ਹੀ ਪਤਾ। ਭਾਵੇਂ ਉਹਨੂੰ ਸਮਝ ਬਹੁਤ ਸੀ, ਤੇ ਉਹਨੇ ਬਾਬਾ ਜੀ ਨੂੰ ਆ ਕੇ ਸਿੱਧਾ ਹੀ ਆਖਿਆ ਵੀ ਮੈਂ ਰਬਾਬੀ ਹਾਂ, ਤੇ ਦੱਸੋ ਕਿਹੜਾ ਆਪਾਂ ਸਾਜ਼ ਵਜਾਈਏ, ਕਿਹੜਾ ਰਾਗ ਆਪਾਂ ਗਾਈਏ। ਜੋ ਹੁਕਮ ਕਰੋਗੇ ਉਹੀ ਗਾਊਂਗਾ। ਮਾਰੂ ਕਹੋਗੇ ਮਾਰੂ ਰਾਗ ਗਾਊਂਗਾ, ਸੂਹੀ ਕਹਿ ਲਓਗੇ ਸੂਹੀ ਗਾਊਂਗਾ, ਪ੍ਰਭਾਤੀ ਰਾਗ ਕਹੋਗੇ ਪ੍ਰਭਾਤੀ, ਸੋਰਠ ਕਹੋਗੇ ਸੋਰਠ ਗਾਊਂਗਾ। ਜੋ ਮਰਜ਼ੀ ਮੈਥੋਂ ਸੁਣ ਲਓ। ਕਿਉਂਕਿ ਰਬਾਬ ਇੱਕ ਤਾਂਤੀ ਸਾਜ਼ਾਂ ਵਿੱਚ ਆਉਂਦਾ। ਰਬਾਬ ਵਜਾਉਣੀ ਬਹੁਤ ਔਖੀ ਹੁੰਦੀ ਆ, ਹਰ ਬੰਦਾ ਇਹ ਸਿੱਖ ਨਹੀਂ ਸਕਦਾ। ਇਹਦੇ ਲਈ ਬੜੀ ਇਕਾਗਰਤਾ ਦੀ ਲੋੜ ਹੁੰਦੀ ਹੈ। ਜਿੰਨੇ ਸਾਜ਼ ਹਨ, ਚਾਹੇ ਹਾਰਮੋਨੀਅਮ ਆ ਤੇ ਚਾਹੇ ਤਬਲਾ ਹੈ, ਸਭ ਤੋਂ ਵੱਧ ਇਹਨਾਂ ਵਿੱਚ ਤਾਂਤੀ ਸਾਜ਼ਾਂ ਵਿੱਚ ਇਕਾਗਰਤਾ ਦੀ ਲੋੜ ਸਾਨੂੰ ਪੈਂਦੀ ਆ। ਗੁਰੂ ਪਿਆਰਿਓ, ਤਾਂਤੀ ਸਾਜ਼ ਜਿਹੜੇ ਇਹਨਾਂ ਨੂੰ ਸਿੱਖਣ ਲਈ ਇੰਨੀ ਇਕਾਗਰਤਾ ਚਾਹੀਦੀ ਆ। ਤਬਲਾ ਸਿੱਖਣ ਲਈ ਬਹੁਤ ਜ਼ਿਆਦਾ ਇੱਕ ਮਨ ਇੱਕ ਚਿੱਤ ਹੋਣਾ ਪੈਂਦਾ, ਬਹੁਤ ਲੰਮਾ ਸਮਾਂ ਲਾਉਣਾ ਪੈਂਦਾ। ਤਬਲਾ ਵੀ ਇਹੋ ਜਿਹਾ ਸਾਜ਼ ਆ। ਹਜੇ ਹਾਰਮੋਨੀਅਮ ਨੂੰ ਆਪਾਂ ਨੱਪਦੇ ਹਾਂ, ਉਹਦੀ ਟਿਊਨ ਤਾਂ ਨਿਕਲ ਆਉਂਦੀ ਆ, ਤਬਲੇ ਦੇ ਉੱਪਰ ਛੇਤੀ ਹੱਥ ਨਹੀਂ ਟਿਕਦਾ, ਬੜੀ ਲੰਮੀ ਸਾਧਨਾ। ਤਾਂਤੀ ਸਾਜ਼ਾਂ ਦੀ ਇਦੋਂ ਵੀ ਉੱਪਰ ਚਲੀ ਜਾਂਦੀ। ਉਹਨੂੰ ਥੋੜ੍ਹਾ ਮਾਣ ਹੋ ਗਿਆ ਸੀਗਾ ਵੀ ਮੈਂ ਰਬਾਬੀ ਹਾਂ, ਇਹਨੂੰ ਬਹੁਤ ਜ਼ਿਆਦਾ ਸੁੰਦਰ ਸਾਜ਼ ਵਜਾਉਣੇ ਆਉਂਦੇ ਆ। ਬਾਬਾ ਆਨੰਦ ਸਿੰਘ ਜੀ ਕੋਲ ਸੇਵਾਦਾਰ ਲੈ ਆਏ। ਆਖਿਆ ਕਹੋ ਜੀ ਮੈਂ ਕਿਹੜਾ ਸਾਜ਼ ਗਾਵਾਂ, ਕੀ ਗਾਵਾਂ, ਮੈਂ ਉਹੀ ਸੁਣਾ ਦੂੰ। ਬਾਬਾ ਆਨੰਦ ਸਿੰਘ ਜੀ ਨੇ ਆਖਿਆ ਤੂੰ ਫਿਰ ਇਸ ਤਰ੍ਹਾਂ ਕਰ, ਜੋ ਤੇਰੇ ਚਿੱਤ ਵਿੱਚ ਆ ਉਹ ਸੁਣਾ ਦੇ। ਉਹਨੇ ਆਖਿਆ ਨਹੀਂ, ਕਿਉਂਕਿ ਇੱਦਾਂ ਤਾਂ ਕਲਾ ਮੇਰੀ ਦਿਖਣੀ ਨਹੀਂ, ਤੁਸੀਂ ਕਹੋ ਆਪਣੇ ਮੂੰਹ ਤੋਂ ਬਚਨ ਕਹੋ ਵੀ ਆਹ ਗਾਵੇਂ ਉਹ ਗਾਊਂਗਾ। ਹੰਕਾਰ ਉਹਨੂੰ ਬਹੁਤ ਸੀਗਾ। ਹੰਕਾਰ ਅਸਲ ਦੇ ਵਿੱਚ ਗੁਣਾਂ ਦਾ ਹੀ ਹੋ ਸਕਦਾ, ਔਗੁਣਾਂ ਦਾ ਹੰਕਾਰ ਵੀ ਨਹੀਂ ਹੋ ਸਕਦਾ। ਕੋਈ ਚੋਰ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਵੱਡਾ ਚੋਰ ਹਾਂ। ਚੋਰ ਕਦੇ ਕੋਈ ਇਹ ਨਹੀਂ ਕਹਿ ਸਕਦਾ ਮੈਂ ਬਹੁਤ ਵੱਡਾ ਠੱਗ ਹਾਂ। ਕੋਈ ਇਹ ਕਹਿ ਸਕਦਾ ਮੇਰੇ ਕੋਲ ਬਹੁਤ ਵੱਡੀ ਕਲਾ ਹੈ, ਮੈਂ ਬਹੁਤ ਵੱਡਾ ਵਪਾਰੀ ਹਾਂ। ਮਾਣ ਹਮੇਸ਼ਾ ਗੁਣਾਂ ਦਾ ਹੀ ਹੁੰਦਾ, ਔਗੁਣਾਂ ਦਾ ਕਦੇ ਹੰਕਾਰ ਵੀ ਨਹੀਂ ਹੁੰਦਾ। ਇਸ ਕਰਕੇ ਕੁਝ ਬੰਦੇ ਭਾਵੇਂ ਗੁਣੀ ਹੁੰਦੇ ਆ, ਪਰ ਆਪਣੇ ਹੰਕਾਰ ਕਰਕੇ ਉਹ ਡੁੱਬ ਜਾਂਦੇ ਆ। ਤਾਂ ਉਹ ਰਬਾਬੀ ਸੀਗਾ, ਉਹਨੂੰ ਬਹੁਤ ਕੁਝ ਆਉਂਦਾ ਸੀ। ਉਹਨੇ ਆਖਿਆ ਬਾਬਾ ਆਨੰਦ ਸਿੰਘ ਜੀ ਨੂੰ ਜੋ ਕਹੋਗੇ ਉਹ ਸੁਣਾ ਦੂੰਗਾ। ਬਾਰ-ਬਾਰ ਉਹ ਕਹੀ ਗਿਆ। ਫਿਰ ਬਾਬਾ ਆਨੰਦ ਸਿੰਘ ਜੀ ਨੇ ਆਪਣਾ ਪਰਨਾ ਸੀ ਉਹਨਾਂ ਕੋਲ ਵਿਛਾ ਕੇ ਤੇ ਉਹਦੇ ਉੱਪਰ ਸੱਜ ਕੇ ਕਹਿਣ ਲੱਗੇ, ਇਸ ਤਰ੍ਹਾਂ ਗਾ ਜਿਵੇਂ ਮਾਂ ਦਾ ਕਿਸੇ ਦਾ ਬੱਚਾ ਮਰ ਜਾਵੇ ਤੇ ਮਾਂ ਰੋਵੇ। ਪ੍ਰਮਾਤਮਾ ਦੀ ਸਿਫਤ ਸਲਾਹ ਗਾ, ਇਸ ਤਰ੍ਹਾਂ ਗਾ ਕਿ ਜਿਵੇਂ ਮਾਂ ਦਾ ਕੋਈ ਜਵਾਨ ਪੁੱਤ ਮਰ ਜਾਵੇ ਤੇ ਮਾਂ ਉਹਦੇ ਵਿਯੋਗ ਦੇ ਵਿੱਚ ਰੋਵੇ। ਉਸ ਤਰ੍ਹਾਂ ਦਾ ਐਸਾ ਗਾ ਉਹਦੀ ਸਿਫਤ ਸਲਾਹ ਦੇ ਵਿੱਚ ਕਿ ਤੂੰ ਪ੍ਰਮਾਤਮਾ ਨਾਲੋਂ ਵਿਛੜ ਗਿਆ ਹੈ। ਤੇਰੇ ਅੰਦਰ ਭਾਵੇਂ ਗੁਣ ਹੈ, ਪਰ ਹੰਕਾਰ ਕਰਕੇ ਤੂੰ ਉਹਦੇ ਨਾਲੋਂ ਵਿਛੜ ਗਿਆ। ਤੇਰੇ ਗੁਣ ਵੀ ਗਲਣੇ ਸ਼ੁਰੂ ਹੋ ਗਏ ਆ, ਹਰ ਬਿਸਰਤ ਤੇਰੇ ਗੁਣ ਗਲਿਆ। ਸਾਜ਼ ਤਾਂ ਤੈਨੂੰ ਆਉਂਦੇ ਆ, ਰਬਾਬ ਵੀ ਤੈਨੂੰ ਆਉਂਦੀ ਆ ਵਜਾਉਣੀ, ਪਰ ਤੂੰ ਉਹ ਗਾ ਨਾ ਵੀ ਜਿਵੇਂ ਜਵਾਨ ਪੁੱਤ ਮਰ ਜਾਵੇ ਤੇ ਮਾਂ ਰੋਂਦੀ ਆ। ਮਾਂ ਉਦੋਂ ਇਸ ਤਰ੍ਹਾਂ ਦਾ ਰੋਂਦੀ ਆ, ਉੱਪਰੋਂ ਨਹੀਂ ਰੋਂਦੀ। ਕੁਝ ਇਸਤਰੀਆਂ ਕਦੋਂ ਕੋਈ ਮਰ ਜਾਂਦਾ ਉੱਪਰੋਂ ਉਹਨਾਂ ਨੂੰ ਰੋਣਾ ਪੈਂਦਾ ਹੈ, ਉੱਪਰੋਂ ਰੋਂਦੀਆਂ ਨੇ। ਪਰ ਜਦੋਂ ਮਾਂ ਦਾ ਆਪਣਾ ਪੁੱਤ ਚਲਿਆ ਜਾਂਦਾ
ਉਹ ਦਿਲ ਤੋਂ ਰੋਂਦੀ ਆ, ਅੰਦਰ ਤੋਂ ਰੋਂਦੀ ਆ, ਉਹਦੇ ਹੰਝੂ ਸੱਚੇ ਹੁੰਦੇ ਆ। ਕੁਝ ਇਸਤਰੀਆਂ ਅਫਸੋਸ ਕਰਨ ਸਮੇਂ ਉਹਨਾਂ ਦੇ ਹੰਝੂ ਸੱਚੇ ਨਹੀਂ ਹੁੰਦੇ, ਝੂਠੇ ਹੁੰਦੇ ਆ। ਪਰ ਜਦੋਂ ਆਪਣਾ ਕੋਈ ਮਰਦਾ ਹੈ ਤੇ ਉਦੋਂ ਗੁਰੂ ਪਿਆਰੀ ਸਾਧ ਸੰਗਤ ਜੀ ਹੰਝੂ ਝੂਠੇ ਨਹੀਂ ਹੁੰਦੇ। ਉਦੋਂ ਥਮ ਤੇ ਥਮੇਂਗੇ ਆਂਸੂ, ਆਂਸੂ ਹੈ ਜੇ ਹਸੀ ਨਹੀਂ। ਉਦੋਂ ਜਿਹੜੇ ਰੁਕਦੇ ਹੰਝੂ ਵੀ ਰੁਕਦੇ ਨਹੀਂ, ਕਹਿਣਾ ਪੈਂਦਾ ਚੁੱਪ ਕਰ ਜਾ, ਚੁੱਪ ਨਹੀਂ ਹੋਇਆ ਜਾਂਦਾ। ਤਾਂ ਤੂੰ ਇਦਾਂ ਦਾ ਕੁਝ ਗਾ ਕਿ ਜਿਹੜਾ ਅੰਦਰ ਤੋਂ ਆਵੇ। ਹੁਣ ਤਾਂ ਤੂੰ ਉੱਪਰੋਂ ਗਾ ਰਿਹਾ। ਉਹ ਇਸਤਰੀ ਜਿਹਦਾ 7 ਬੇਗਾਨਾ ਕੋਈ ਮਰਿਆ ਰੋ ਰਹੀ ਆ, ਉੱਪਰੋਂ ਰੋ ਰਹੀ ਆ, ਪਰ ਉਹ ਮਾਂ ਜਿਹੜੀ ਰੋ ਰਹੀ ਆ ਅੰਦਰੋਂ ਰੋ ਰਹੀ ਆ, ਅੰਦਰੋਂ ਰੋ ਰਹੀ ਆ, ਉਹਦਾ ਆਪਣਾ ਪੁੱਤ ਮਰਿਆ। ਤੂੰ ਪਰਮਾਤਮਾ ਦੇ ਵਿਛੋੜੇ 'ਚ ਇਉਂ ਗਾ, ਉਹਦੇ ਨਾਲੋਂ ਜਨਮਾਂ ਦਾ ਤੂੰ ਵਿਛੜਿਆ ਹੈ। ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਤਾਂ ਪਰਨਾ ਵਿਛਾ ਕੇ ਆਖਿਆ ਇਹਦੇ ਤੇ ਬੈਠ। ਆਪਣਾ ਪਰਨਾ ਬਾਬਾ ਆਨੰਦ ਸਿੰਘ ਜੀ ਨੇ ਉਹਨੂੰ ਦਿੱਤਾ ਵਿਛਾ ਕੇ। ਰਬਾਬ ਚੁੱਕ ਤੇ ਇਦਾਂ ਗਾਈ। ਜੇ ਨਹੀਂ ਗਾ ਹੁੰਦਾ, ਜੇ ਇਦਾਂ ਨਹੀਂ ਗਾ ਹੁੰਦਾ ਫਿਰ ਨਾ ਗਾਈ। ਉਹਨੇ ਰਬਾਬ ਵਜਾਈ, ਉਹ ਤੋਂ ਗਾਇਆ ਨਹੀਂ ਗਿਆ। ਉਹਨੂੰ ਮਾਰੂ ਰਾਗ ਗਾਉਣ ਲਈ ਕਿਹਾ, ਉਹਨੇ ਗਾਇਆ ਪਰ ਉਹ ਤੋਂ ਸਾਹਮਣੇ ਗਾਇਆ ਨਹੀਂ ਗਿਆ। ਹੰਕਾਰ ਉਹਦਾ ਟੁੱਟ ਗਿਆ ਉੱਥੇ ਵੀ ਇਹ ਕੀ ਹੋ ਗਿਆ, ਮੈਨੂੰ ਤਾਂ ਇਹ ਰਾਗ ਆਉਂਦਾ ਸੀਗਾ, ਚੰਗੀ ਤਰ੍ਹਾਂ ਮੈਂ ਸਿੱਖਿਆ ਹੋਇਆ, ਕਿਉਂ ਨਹੀਂ ਵੱਜਿਆ, ਕਿਉਂ ਨਹੀਂ ਰਬਾਬ ਵੱਜੀ। ਮਾਣ ਟੁੱਟ ਗਿਆ ਉਹਦਾ। ਫਿਰ ਉੱਥੇ ਬਾਬਾ ਆਨੰਦ ਸਿੰਘ ਜੀ ਨੇ ਬਿਲਕੁਲ ਸਧਾਰਨ ਜਿਹਾ ਬੰਦਾ, ਬਿਲਕੁਲ ਆਮ ਜਿਹਾ ਬੰਦਾ ਲਿਆਂਦਾ। ਉਹਨੂੰ ਆਖਿਆ ਹੁਣ ਤੂੰ ਵਜਾ, ਹੁਣ ਤੂੰ ਕੁਝ ਗਾ ਕੇ ਸੁਣਾ। ਉਹਨੇ ਗਾਇਆ ਤੇ ਸਿਰਫ ਉਹ ਕੀਰਤਨ ਰਹਿ ਗਿਆ, ਆਪ ਉਹ ਖਤਮ ਹੋ ਗਿਆ। ਉਹ 'ਚ ਹਉਮੈ ਨਹੀਂ ਸੀਗੀ, ਕੀਰਤਨ ਹੀ ਕੀਰਤਨ ਸੀ। ਤੇ ਬਾਬਾ ਆਨੰਦ ਸਿੰਘ ਜੀ ਨੇ ਫਿਰ ਉਦੋਂ ਵਚਨ ਕੀਤੇ, ਭਾਈ ਕੀਰਤਨ ਵੀ ਉਹੀ ਕੀਰਤਨ ਆ ਜਿਹਦੇ ਵਿੱਚ ਹੰਕਾਰ ਨਾ ਹੋਵੇ, ਮਾਣ ਨਾ ਹੋਵੇ। ਕਥਾ ਵੀ ਉਹ ਕਥਾ ਹੈ ਜਿਹਦੇ ਵਿੱਚ ਮਾਣ ਨਾ ਹੋਵੇ, ਹੰਕਾਰ ਨਾ ਹੋਵੇ। ਇਸ ਕਰਕੇ ਜਿਹੜੇ ਘਰ ਵਿੱਚ ਬਾਣੀ ਨਹੀਂ ਪੜ੍ਹੀ ਜਾਂਦੀ, ਸੇਵਾ ਨਹੀਂ ਹੁੰਦੀ, ਉਹ ਘਰਾਂ ਦੇ ਵਿੱਚ ਬੰਦੇ ਨਹੀਂ, ਭੂਤ ਵਸਦੇ ਆ। ਜਾ ਕਰ ਸਾਧ ਨ ਸੇਵੀਐ ਕਬੀਰ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ, ਭੂਤ ਬਸੇ ਤਿਨ ਮਾਹੇ। ਤਾਂ ਇੱਦਾਂ ਬਾਬਾ ਆਨੰਦ ਸਿੰਘ ਜੀ ਨੇ, ਉਹ ਰਬਾਬੀ ਸੀਗਾ, ਉਹਨੂੰ ਮਾਣ ਹੋ ਗਿਆ, ਉਹਦਾ ਹੰਕਾਰ ਤੋੜ ਦਿੱਤਾ। ਆਖਿਆ ਭਾਈ ਇਹ ਤਾਂ ਗਲਤ ਗੱਲ ਆ, ਸਾਜ ਸਿੱਖ ਕੇ ਹੰਕਾਰ ਕਰਨਾ, ਸਾਜ ਸਿੱਖ ਕੇ ਮਾਣ ਕਰਨਾ ਮਾੜੀ ਗੱਲ ਆ। ਅੱਜ ਦੇ ਦੀਵਾਨ 'ਚ ਇਤਨਾ ਹੀ। ਭੁੱਲ ਚੁੱਕ ਦੀ ਖਿਮਾ। ਮਹਾਰਾਜ ਜੀ ਕਿਰਪਾ ਕਰਕੇ ਬਖਸ਼ ਲਈ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।